ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਪੁਸਤਕ ਮਾਨਸਿਕ ਰੋਗ ਤੇ ਸਾਡਾ ਸਮਾਜ। ਲੇਖ ਹੈ ਉਦਾਸੀ ਰੋਗ। ਉਦਾਸੀ ਕਿੰਨਾ ਜਾਣਿਆ ਪਛਾਣਿਆ ਸ਼ਬਦ ਹੈ। ਇਹ ਸਿਰਫ ਸ਼ਬਦ ਹੀ ਨਹੀਂ, ਇਸ ਨਾਲ ਜੁੜੀ ਹੋਈ ਮਾਨਸਿਕ ਸਥਿਤੀ ਤੋਂ ਵੀ ਅਸੀਂ ਪੂਰੀ ਤਰ੍ਹਾਂ ਜਾਣੂ ਹਾਂ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜਾਂ ਤਾਂ ਆਪਾਂ ਖੁਦ ਹੀ ਕਹਿੰਦੇ ਹਾਂ ਕਿ ਅੱਜ ਮੈਂ ਉਦਾਸ ਹਾਂ, ਜਾਂ ਕੋਈ ਮਿੱਤਰ ਪਿਆਰਾ ਤੁਹਾਨੂੰ ਕਹਿ ਦਿੰਦਾ ਅੱਜ ਕੀ ਗੱਲ ਕੁਝ ਉਦਾਸ ਨਜ਼ਰ ਆ ਰਿਹਾ, ਜਾਂ ਕੀ ਗੱਲ ਅੱਜ ਕੁਝ ਮੂਡ ਆਫ ਲੱਗਦਾ। ਇਹ ਉਦਾਸੀ ਆਪਣੇ 'ਚ ਇੰਨਾ ਘਰ ਕਰ ਚੁੱਕੀ ਹੈ ਕਿ ਜਦੋਂ ਉਦਾਸੀ ਨੂੰ ਇੱਕ ਰੋਗ ਦੇ ਰੂਪ 'ਚ ਦੱਸਿਆ ਜਾਂਦਾ ਹੈ ਤਾਂ ਹੈਰਾਨੀ ਹੁੰਦੀ ਹੈ। ਘੱਟੋ ਘੱਟ ਵਿਕਾਸਸ਼ੀਲ ਦੇਸ਼ਾਂ 'ਚ ਜਿੱਥੇ ਜ਼ਿੰਦਗੀ ਜਿਉਣ ਦਾ ਪੱਧਰ ਇੰਨਾ ਨਿਮਨ ਹੈ ਕਿ ਉਦਾਸੀ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣੀ ਹੋਈ ਹੈ ਤੇ ਕੋਈ ਇਹਨੂੰ ਬਹੁਤਾ ਗੌਲਦਾ ਵੀ ਨਹੀਂ। ਵੈਸੇ ਗੌਰ ਨਾਲ ਵੇਖੀਏ ਤਾਂ ਉਦਾਸੀ ਰੋਗ ਹੈ ਵੀ ਨਹੀਂ। ਉਦਾਸ ਹੋਣਾ, ਉਦਾਸ ਰਹਿਣਾ ਇੱਕ ਵਿਹਾਰ ਹੈ। ਦੂਸਰੀ ਗੱਲ ਇਹ ਵੀ ਕਿ ਜੋ ਸਰੀਰਕ ਜਾਂ ਮਾਨਸਿਕ ਤਬਦੀਲੀ ਆਦਮੀ ਖੁਦ ਅਨੁਭਵ ਕਰਦਾ ਹੈ ਤੇ ਡਾਕਟਰ ਨੂੰ ਦੱਸਦਾ ਹੈ, ਉਹ ਬਿਮਾਰੀ ਦਾ ਲੱਛਣ ਹੁੰਦਾ ਹੈ। ਇਹਨਾਂ ਲੱਛਣਾਂ ਦੇ ਆਧਾਰ ਤੇ ਬਿਮਾਰੀ ਦਾ ਪਤਾ ਲਗਾਉਣਾ ਹੁੰਦਾ ਹੈ। ਮਾਨਸਿਕ ਰੋਗਾਂ ਦੇ ਕਾਰਨ ਦਰਅਸਲ ਇੰਨੇ ਪੇਚੀਦਾ ਹਨ ਕਿ ਲੱਛਣਾਂ ਨੂੰ ਹੀ ਬਿਮਾਰੀ ਦਾ ਨਾਂ ਦੇ ਕੇ ਸਾਰਿਆ ਜਾਂਦਾ ਹੈ। ਚਾਹੀਦਾ ਇਹ ਹੈ ਕਿ ਇਹਨਾਂ ਦੀ ਡੂੰਘਾਈ ਤੱਕ ਪਹੁੰਚਿਆ ਜਾਵੇ। ਜਿਵੇਂ ਕੋਈ ਕਹਿੰਦਾ ਹੈ ਕਿ ਮੈਂ ਉਦਾਸ ਰਹਿਣਾ, ਉਸ ਉਦਾਸੀ ਦਾ ਕਾਰਨ ਤਲਾਸ਼ ਕੀਤਾ ਜਾਏ। ਇਸ ਪਾਠ ਰਾਹੀਂ ਇਹਨਾਂ ਤਹਿਆਂ ਤੱਕ ਪਹੁੰਚਣ ਦਾ ਯਤਨ ਕੀਤਾ ਜਾਏਗਾ ਜਿੱਥੋਂ ਉਦਾਸੀ ਤੇ ਉਸ ਨਾਲ ਸੰਬੰਧਿਤ ਹੋਰ ਲੱਛਣ ਪੈਦਾ ਹੁੰਦੇ ਹਨ। ਇਸ ਲਈ ਪਹਿਲਾਂ ਆਪਾਂ ਉਹਨਾਂ ਸਾਰੇ ਲੱਛਣਾਂ ਨੂੰ ਜਾਣਾਂਗੇ ਤੇ ਫਿਰ ਉਸ ਪ੍ਰਤੀਕਿਰਿਆ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਸ 'ਚ ਉਦਾਸੀ ਤੇ ਹੋਰ ਹਾਲਤਾਂ ਸਾਹਮਣੇ ਆਉਂਦੀਆਂ ਹਨ। ਕੋਸ਼ਿਸ਼ ਕਰਾਂਗੇ ਸਮਾਜਿਕ ਵਾਤਾਵਰਣ ਦੇ ਵੱਖ-ਵੱਖ ਪਹਿਲੂਆਂ ਨੂੰ ਵੀ ਉਲੀਕਿਆ ਜਾਏ। ਉਦਾਸੀ ਰੋਗ 'ਚ ਪੈਦਾ ਹੁੰਦੇ ਲੱਛਣ। ਪਹਿਲਾ, ਮਾਨਸਿਕ ਲੱਛਣ। ਨੰਬਰ 1, ਕੋਈ ਵੀ ਨਵਾਂ ਕੰਮ ਭਰੋਸੇ ਨਾਲ ਨਹੀਂ ਕਰ ਸਕਦਾ। ਦੂਜਾ, ਮੈਂ ਜੋ ਵੀ ਕੰਮ ਹੱਥ 'ਚ ਲੈਣਾ ਉਹਨੂੰ ਜਾਰੀ ਰੱਖਣ ਤੇ ਪੂਰਾ ਕਰਨ 'ਚ ਅਸਫਲ ਰਹਿਣਾ। ਤੀਸਰਾ, ਲੋਕਾਂ ਨਾਲ ਮੇਲ ਜੋਲ ਰੱਖਣ ਦੀ ਮੇਰੇ ਕੋਲ ਤਾਕਤ ਨਹੀਂ ਹੈ। ਚੌਥਾ, ਮਸਲਿਆਂ ਨੂੰ ਨਜਿੱਠਣ ਦਾ ਮੇਰੇ ਅੰਦਰ ਉਨਾ ਭਰੋਸਾ ਨਹੀਂ ਹੈ ਜਿੰਨਾ ਪਹਿਲਾਂ ਸੀ। ਪੰਜਵਾਂ, ਕੰਮ 'ਚ ਉਨੀ ਨਿਪੁੰਨਤਾ ਨਹੀਂ ਰਹੀ ਜਿੰਨੀ ਪਹਿਲਾਂ ਸੀ। ਛੇਵਾਂ, ਜਦੋਂ ਸਭ ਕੰਮ ਠੀਕ ਚੱਲ ਰਿਹਾ ਹੋਵੇ ਤਾਂ ਕਈ ਵਾਰ ਸੋਚਦਾ ਕਿ ਜ਼ਿਆਦਾ ਦੇਰ ਤੱਕ ਇਸੇ ਤਰ੍ਹਾਂ ਨਹੀਂ ਚੱਲੇਗਾ ਤੇ ਕੁਝ ਵਿਗੜ ਜਾਏਗਾ। ਸੱਤਵਾਂ, ਜਦੋਂ ਕੋਈ ਕੰਮ ਵਿਗੜ ਜਾਂਦਾ ਤਾਂ ਮੈਂ ਉਹਨੂੰ ਕਰਨ ਦੇ ਯੋਗ ਨਹੀਂ ਹੁੰਦਾ। ਅੱਠਵਾਂ, ਮੈਂ ਮਹਿਸੂਸ ਕਰਦਾ ਕਿ ਮੈਂ ਆਪਣੇ ਪਰਿਵਾਰ ਤੇ ਦੋਸਤਾਂ ਦੀ ਉਮੀਦ ਤੇ ਪੂਰਾ ਨਹੀਂ ਉਤਰਦਾ। ਨੌਵਾਂ, ਮੈਂ ਮਹਿਸੂਸ ਕਰਦਾ ਕਿ ਮੈਂ ਆਪਣੇ ਕੰਮ 'ਚ ਅਸਫਲ ਹਾਂ। 10ਵਾਂ, ਮੇਰੀ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਮੋਹ ਘਟ ਰਿਹਾ ਹੈ। 11ਵਾਂ, ਭੜਕੀਲੀ ਤੇ ਰੰਗੀਆਂ ਚੀਜ਼ਾਂ ਲਈ ਮੇਰਾ ਸ਼ੌਕ ਖਤਮ ਹੋ ਗਿਆ ਹੈ। 12ਵਾਂ, ਮੇਰੀ ਭੋਗ ਵਿਲਾਸ ਦੀ ਇੱਛਾ ਘਟ ਗਈ ਹੈ। 13ਵਾਂ, ਦੂਸਰੇ ਲੋਕਾਂ ਦੇ ਹੁੰਦੇ ਹੋਏ ਵੀ ਮੈਂ ਅਕਸਰ ਇਕੱਲਾ ਮਹਿਸੂਸ ਕਰਦਾ। 14ਵਾਂ, ਜ਼ਿਆਦਾ ਸਮਾਂ ਮੈਂ ਉਦਾਸ ਰਹਿਣਾ। 15ਵਾਂ, ਅੱਜ ਕੱਲ੍ਹ ਮੈਨੂੰ ਨਿਰਾਸ਼ਾ ਦੇ ਵਿਚਾਰ ਆਉਂਦੇ ਹਨ। ਦੂਸਰਾ ਹੈ ਗੰਭੀਰ ਮਾਨਸਿਕ ਲੱਛਣ। 16ਵਾਂ, ਮੈਂ ਪਿਛਲੀਆਂ ਕੀਤੀਆਂ ਗਲਤੀਆਂ ਬਾਰੇ ਉਦਾਸ ਰਹਿੰਦਾ ਹਾਂ। 17ਵਾਂ, ਮੈਂ ਮਹਿਸੂਸ ਕਰਦਾ ਕਿ ਮੇਰੇ 'ਚ ਕੋਈ ਬੁਰਾਈ ਹੈ। 18ਵਾਂ, ਮੈਂ ਸੋਚਦਾ ਮੇਰੀ ਜ਼ਿੰਦਗੀ ਇੰਨੀ ਅੱਛੀ ਨਹੀਂ ਹੈ ਜਿੰਨੀ ਕਿ ਪਹਿਲੇ ਹੁੰਦੀ ਸੀ। 19ਵਾਂ, ਮੈਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਘਟੀਆ ਮਹਿਸੂਸ ਕਰਦਾ। 20ਵਾਂ, ਅੰਦਰੂਨੀ ਤੌਰ ਤੇ ਮੈਂ ਆਪਣੇ ਆਪ ਨੂੰ ਨਿਕੰਮਾ ਆਦਮੀ ਸਮਝਦਾ ਹਾਂ। 21ਵਾਂ, ਮੈਂ ਅਕਸਰ ਸੋਚਦਾ ਦੂਜੇ ਆਦਮੀ ਮੈਨੂੰ ਪਸੰਦ ਨਹੀਂ ਕਰਦੇ। 22ਵਾਂ, ਮੈਂ ਸਮਾਜ ਉੱਤੇ ਬੋਝ ਹਾਂ। 23ਵਾਂ, ਜੀਵਨ ਬੋਝ ਹੈ। 24ਵਾਂ, ਮੈਨੂੰ ਛੇਤੀ ਰੋਣਾ ਆ ਜਾਂਦਾ ਹੈ। 25ਵਾਂ, ਮੈਂ ਕਦੇ-ਕਦੇ ਇਸ ਜੀਵਨ ਜਿਉਣ ਦੀ ਬਜਾਏ ਮਰ ਜਾਣਾ ਪਸੰਦ ਕਰਦਾ। ਤੀਸਰਾ ਹੈ ਸਰੀਰਕ ਲੱਛਣ। ਇਹਦਾ ਪਹਿਲਾ ਹੈ ਮੈਂ ਮਹਿਸੂਸ ਕਰਦਾ ਮੇਰੇ 'ਚ ਦਿਨ ਭਰ ਦਾ ਕੰਮ ਕਰਨ ਦੀ ਤਾਕਤ ਵੀ ਨਹੀਂ ਹੈ। ਦੂਸਰਾ, ਮੇਰੀ ਭੁੱਖ ਪਹਿਲਾਂ ਨਾਲੋਂ ਘਟ ਗਈ ਹੈ। ਤੀਸਰਾ, ਮੇਰਾ ਸਿਰ ਅਕਸਰ ਭਾਰਾ ਰਹਿੰਦਾ ਹੈ। ਚੌਥਾ, ਹੱਥਾਂ ਪੈਰਾਂ 'ਚ ਜਲਨ ਮਹਿਸੂਸ ਹੁੰਦੀ ਹੈ। ਪੰਜਵਾਂ, ਮੈਂ ਆਪਣੀਆਂ ਪੀੜਾਂ ਤੇ ਦਰਦਾਂ ਕਾਰਨ ਉਦਾਸ ਰਹਿੰਦਾ। ਇਹਨਾਂ ਲੱਛਣਾਂ ਨੂੰ ਸਾਹਮਣੇ ਰੱਖ ਕੇ ਰੋਗ ਦੀ ਵੰਡ ਕੀਤੀ ਜਾਂਦੀ ਹੈ। 10 ਤੋਂ 14 ਪੁਆਇੰਟ ਤੱਕ ਮਾਮੂਲੀ ਉਦਾਸੀ, 15 ਤੋਂ 22 ਤੱਕ ਮੱਧਮ, 22 ਤੋਂ ਉੱਪਰ ਗੰਭੀਰ ਤੇ ਦੁਖਦਾਈ। ਉਦਾਸੀ ਰੋਗ ਦੇ ਮਾਨਸਿਕ ਲੱਛਣਾਂ ਨੂੰ ਸਾਹਮਣੇ ਰੱਖ ਕੇ ਦੇਖਿਆ ਜਾਏ ਤਾਂ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਮੁੱਖ ਤੌਰ ਤੇ 4 ਹਾਲਤਾਂ ਵਿੱਚੋਂ ਮਨੁੱਖ ਲੰਘਦਾ ਹੈ। ਪਹਿਲਾ, ਕਿਸੇ ਕੰਮ 'ਚ ਭਰੋਸਾ ਨਾ ਰਹਿਣਾ, ਅਨਿਸ਼ਚਿਤਤਾ ਦਾ ਹੋਣਾ। ਦੂਸਰਾ, ਆਪਣੇ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਮੋਹ ਨਾ ਰਹਿਣਾ।
ਤੀਸਰਾ, ਜ਼ਿੰਦਗੀ ਤੋਂ ਇੱਕਦਮ ਨਿਰਾਸ਼ ਹੋ ਜਾਣਾ। ਚੌਥਾ, ਆਪਣੇ ਆਪ ਨੂੰ ਕੋਸਣਾ, ਹੀਣਾ ਮਹਿਸੂਸਣਾ। ਹੁਣ ਇਹਨਾਂ 4 ਸਥਿਤੀਆਂ ਨੂੰ ਆਪਾਂ ਸਮਾਜਿਕ ਵਾਤਾਵਰਣ ਵਿੱਚ ਰੱਖ ਕੇ ਦੇਖਾਂਗੇ। ਸਮਾਜਿਕ ਵਾਤਾਵਰਣ ਇਹਨਾਂ ਮਾਨਸਿਕ ਹਾਲਤਾਂ ਨੂੰ ਪੈਦਾ ਕਰਨ 'ਚ ਕਿਸ ਤਰ੍ਹਾਂ ਆਪਣੀ ਭੂਮਿਕਾ ਨਿਭਾਉਂਦਾ ਹੈ। ਸਮਾਜ ਦੇ ਵਿਕਾਸ ਬਾਰੇ ਤਾਂ ਆਪਾਂ ਜਾਣ ਹੀ ਚੁੱਕੇ ਹਾਂ ਕਿ ਸਮਾਜ ਦੀ ਹੋਂਦ ਤੇ ਮਨੁੱਖ ਦਾ ਜਾਨਵਰਾਂ ਤੋਂ ਅੱਡ ਹੋਣਾ ਪਹਿਲਾ ਪੜਾਅ ਸੀ। ਪਹਿਲਾ ਮਨੁੱਖ ਸਿਰਫ ਆਪਣੇ ਖਾਣ ਪੀਣ ਦਾ ਮਾਲ ਇਕੱਠਾ ਕਰਦਾ ਸੀ, ਫਿਰ ਉਹਨੂੰ ਪਸ਼ੂਆਂ ਤੋਂ, ਜ਼ਮੀਨ ਤੋਂ ਪੈਦਾਵਾਰ ਸ਼ੁਰੂ ਕੀਤੀ। 2 ਪੈਰਾਂ ਤੇ ਖੜੇ ਹੋਣਾ ਤੇ ਹੱਥਾਂ ਨਾਲ ਸ਼ਿਕਾਰ ਕਰਨਾ ਉਹਦੇ ਹੋਰ ਵਿਕਾਸ ਪੜਾਅ ਹਨ। ਦਿਮਾਗ ਦਾ ਵਿਕਸਿਤ ਹੋਣਾ ਤੇ ਨਵੀਆਂ ਖੋਜਾਂ ਕਰਨੀਆਂ, ਕੁਦਰਤ ਨੂੰ ਸਮਝਣਾ ਤੇ ਫਿਰ ਆਪਣੀ ਸਮਝ ਨਾਲ ਕੁਦਰਤ ਨੂੰ ਆਪਣੇ ਹੱਕ 'ਚ ਵਰਤਣਾ। ਇੱਕ ਤਰ੍ਹਾਂ ਲੜੀਵਾਰ ਉਹ ਪੜਾਅ ਹਨ ਜਿਨ੍ਹਾਂ ਰਾਹੀਂ ਮਨੁੱਖ ਨੇ ਅਜੋਕੇ ਸਮਾਜ ਦੀ ਸਥਾਪਨਾ ਕੀਤੀ ਹੈ। ਚਾਹੇ ਜ਼ਿੰਦਗੀ ਨੂੰ ਕਿਸੇ ਵੀ ਦਾਇਰੇ 'ਚ ਸੀਮਤ ਕਰ ਲਿਆ ਜਾਏ, ਫਿਰ ਵੀ ਇਹ ਦੁਨੀਆ ਘਟਨਾ ਪ੍ਰਧਾਨ ਤਾਂ ਹੈ ਹੀ। ਜਦੋਂ ਅਸੀਂ ਘਰ ਤੋਂ ਬਾਹਰ ਦੁਨੀਆ ਚਾਹਾਂਗੇ, ਘਟਨਾਵਾਂ ਦੀ ਸੰਭਾਵਨਾ ਵੱਧਦੀ ਜਾਏਗੀ। ਇਸ ਤਰ੍ਹਾਂ ਜੇ ਅਸੀਂ ਇਹਨਾਂ ਘਟਨਾਵਾਂ ਦਾ ਵਿਸ਼ਲੇਸ਼ਣ ਨਾ ਕਰੀਏ, ਇਹਨਾਂ ਘਟਨਾਵਾਂ ਨੂੰ ਤਰਕ ਦੀ ਕਸਵੱਟੀ ਤੇ ਨਾ ਪਰਖੀਏ ਤੇ ਆਪਣੇ ਆਪ ਨੂੰ ਇਹਨਾਂ ਘਟਨਾਵਾਂ ਨਾਲ ਉਂਝੀ ਜੋੜ ਲਈਏ, ਤਾਂ ਉਹ ਆਪਣੀ ਤਕਦੀਰ ਕਹਿਲਾ ਸਕਦੀਆਂ ਹਨ। ਤੁਸੀਂ ਸਭ ਨੇ ਪਿਆਸੇ ਕਾਂ ਦੀ ਕਹਾਣੀ ਸੁਣੀ ਹੋਏਗੀ। ਮੈਂ ਉਹਨੂੰ ਇਸ ਤਰ੍ਹਾਂ ਪੇਸ਼ ਕਰ ਰਹੀ ਹਾਂ। ਇੱਕ ਕਾਂ ਸੀ, ਉਹਨੂੰ ਪਿਆਸ ਲੱਗੀ। ਉਹਨੇ ਪਿਆਸੇ ਕਾਂ ਵਾਲੀ ਕਹਾਣੀ ਸੁਣੀ ਹੋਈ ਸੀ। ਉਹ ਉੱਡਣ ਲੱਗਾ। ਉਹਨੂੰ ਇੱਕ ਘੜਾ ਨਜ਼ਰ ਆਇਆ। ਉਹਨੇ ਆ ਕੇ ਦੇਖਿਆ ਉਸ 'ਚ ਥੋੜਾ ਜਿਹਾ ਪਾਣੀ ਸੀ, ਜਿਸ ਤੱਕ ਉਹਦੀ ਚੁੰਝ ਨਹੀਂ ਸੀ ਪਹੁੰਚ ਰਹੀ। ਉਹਨੇ ਉਹੀ ਤਰਕੀਬ ਅਪਣਾਈ, ਨਿੱਕੇ ਨਿੱਕੇ ਪੱਥਰ ਲਿਆ ਕੇ ਘੜੇ 'ਚ ਪਾਏ। ਉਹਨੇ ਵੇਖਿਆ ਪਾਣੀ ਉੱਪਰ ਨਾ ਆਇਆ, ਉੱਪਰ ਪੱਥਰ ਹੀ ਸਨ। ਪਾਣੀ ਥੱਲੇ ਰਹਿ ਗਿਆ ਸੀ ਜਾਂ ਪੱਥਰਾਂ ਨੇ ਚੂਸ ਲਿਆ ਸੀ। ਹੁਣ ਉਹ ਪਿਆਸਾ ਵੀ ਸੀ ਤੇ ਥੱਕਿਆ ਹੋਇਆ ਵੀ, ਤੇ ਇਸ ਘਟਨਾ ਤੋਂ ਨਿਰਾਸ਼ ਵੀ। ਨਿਰਾਸ਼ਾ ਦਾ ਕਾਰਨ ਇੱਕ ਤਾਂ ਸਾਡੇ ਸਾਹਮਣੇ ਹੈ ਕਿ ਵਾਤਾਵਰਣ 'ਚ ਜੋ ਕੁਝ ਅਸੀਂ ਮਿੱਥ ਕੇ ਚੱਲਦੇ ਹਾਂ ਜਾਂ ਇਸ ਨੂੰ ਜਿਸ ਤਰ੍ਹਾਂ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ, ਤਾਂ ਉਹਨੂੰ ਸਿਰਫ ਉਸੇ ਨਜ਼ਰੀਏ ਨਾਲ ਵੇਖਦੇ ਤੁਰੇ ਜਾਂਦੇ ਹਾਂ। ਇਸ ਘਟਨਾ ਪ੍ਰਧਾਨ ਦੁਨੀਆ ਦਾ ਫਾਇਦਾ ਚੰਦ ਲੋਕ ਆਪਣਾ ਮੰਤਵ ਪੂਰਾ ਕਰਨ ਲਈ ਦੂਸਰੇ ਲੋਕਾਂ ਨੂੰ ਡਰ, ਵਹਿਮ, ਤਕਦੀਰ, ਪਾਪ ਪੁੰਨ ਦੇ ਚੱਕਰਾਂ 'ਚ ਪਾ ਕੇ ਹੋਰ ਗੁੰਝਲਦਾਰ ਬਣਾ ਦਿੰਦੇ ਹਨ। ਕਹਿਣਗੇ ਤੇਰੀ ਕਿਸਮਤ 'ਚ ਪੱਥਰ ਹੀ ਹਨ। ਕਿਸੇ ਨੇ ਇਹ ਨਹੀਂ ਸਮਝਾਉਣਾ ਕਿ ਉਸ ਕਾਂ ਦਾ ਤਜਰਬਾ ਤੇਰੇ ਤੇ ਲਾਗੂ ਨਹੀਂ ਹੁੰਦਾ। ਦਰਅਸਲ ਚਾਹੀਦਾ ਤਾਂ ਇਹ ਹੈ ਕਿ ਜਿਵੇਂ ਜਿਵੇਂ ਗਿਆਨ ਵਿਗਿਆਨ 'ਚ ਬਦਲ ਜਾਂਦਾ ਹੈ, ਉਸੇ ਤਰ੍ਹਾਂ ਹੀ ਲੋਕਾਂ ਨੂੰ ਚੇਤਨ ਕਰਨਾ ਚਾਹੀਦਾ ਹੈ। ਇਹ ਲੋਕਾਂ ਦੀ ਸਮਝ ਦਾ ਹਿੱਸਾ ਬਣਨਾ ਚਾਹੀਦਾ ਹੈ। ਪਰ ਸਮਾਜ ਦੇ ਇੱਕ ਵਰਗ ਨੇ ਕੋਸ਼ਿਸ਼ ਕੀਤੀ ਹੈ ਕਿ ਸੱਚ ਤੇ ਪਰਦਾ ਪਾ ਕੇ ਹੀ ਰੱਖਿਆ ਜਾਏ। ਸਗੋਂ ਅੱਜ ਤਾਂ ਗਿਆਨ ਵਿਗਿਆਨ ਨੂੰ ਲੋਕ ਸਰਮਾਇਆ ਸਮਝਦੇ ਆ ਤੇ ਕਿਸੇ ਦੂਸਰੇ ਨੂੰ ਮੁਹੱਈਆ ਨਹੀਂ ਕਰਦੇ। ਅੱਜ ਤਕਨੀਕ ਤੇ ਗਿਆਨ ਨੂੰ ਵੇਚਿਆ ਜਾਂਦਾ ਹੈ। ਫਰਾਇਡ ਦੇ ਮੁਤਾਬਿਕ ਮੁੱਢਲੀ ਉਮਰ 'ਚ ਦਿੱਤੀ ਗਈ ਸਿੱਖਿਆ ਜਦੋਂ ਜਵਾਨੀ ਦੇ ਤਜਰਬਿਆਂ ਨਾਲ ਤਾਲਮੇਲ ਨਹੀਂ ਖਾਂਦੀ, ਤਾਂ ਆਦਮੀ 'ਚ ਤਣਾਅ ਪੈਦਾ ਹੁੰਦਾ ਹੈ, ਜੋ ਕਿ ਮਾਨਸਿਕ ਰੋਗਾਂ ਦਾ ਆਧਾਰ ਬਣਦਾ ਹੈ। ਜਦੋਂ ਬੱਚਾ ਸ਼ੁਰੂ 'ਚ ਸਿੱਖ ਰਿਹਾ ਹੁੰਦਾ ਹੈ ਤੇ ਜੋ ਕੁਝ ਉਹ ਚੰਗਾ ਕਰਦਾ ਹੈ ਉਹਨੂੰ ਸ਼ਾਬਾਸ਼ੀ ਮਿਲਦੀ ਹੈ, ਗਲਤ ਕਰਦਾ ਹੈ ਉਸ ਲਈ ਗੁੱਸਾ, ਸ਼ਾਬਾਸ਼ੀ ਪ੍ਰਾਪਤ ਤਜਰਬਿਆਂ ਨੂੰ ਆਪਣੇ ਮਨ 'ਚ ਬਿਠਾਈ ਜਾਂਦਾ ਹੈ, ਜੋ ਕਿ ਉਹਦੀ ਪੂੰਜੀ ਬਣ ਜਾਂਦਾ ਹੈ। ਇਹ ਪੂੰਜੀ ਲੈ ਕੇ ਜਦੋਂ ਘਰ ਦੀ 4 ਦੀਵਾਰੀ ਤੋਂ ਬਾਹਰ ਆਉਂਦਾ ਹੈ ਜਾਂ ਸਕੂਲੀ ਪੜ੍ਹਾਈ ਤੇ ਸਿੱਖਿਆ ਤੋਂ ਬਾਅਦ ਖੁੱਲ੍ਹੇ ਸਮਾਜ 'ਚ ਵਿਚਰਦਾ ਹੈ, ਤਾਂ ਉਹਨੂੰ ਹਾਸਿਲ ਤਜਰਬਿਆਂ ਦੀ ਨਜ਼ਰ ਤੋਂ ਵੇਖਦਾ ਹੈ। ਜੇਕਰ ਉਹਨੂੰ ਪ੍ਰਾਪਤ ਯਥਾਰਥ ਤੇ ਸਿੱਖਿਆ ਇਕਸਾਰ ਲੱਗਦੇ ਹਨ ਤਾਂ ਉਹ ਦਰੁਸਤ ਰਹਿੰਦਾ ਹੈ। ਜੇ ਉਹਦਾ ਸੁਣਿਆ ਗੀਤ ਪੜ੍ਹੋਗੇ, ਲਿਖੋਗੇ, ਬਣੋਗੇ ਨਵਾਬ, ਸਮਾਜ ਵਿੱਚ ਉਸੇ ਨੂੰ ਨਵਾਬ ਤੱਕ ਹੀ ਚਪੜਾਸੀ ਵੀ ਨਹੀਂ ਲਗਵਾ ਸਕਦਾ, ਤਾਂ ਉਹ ਨਿਰਾਸ਼ ਹੋ ਜਾਂਦਾ ਹੈ। ਫਰਾਇਡ ਵੈਸੇ ਇੱਥੋਂ ਤੱਕ ਦੀ ਗੱਲ ਕਰਦਾ ਹੈ, ਉਹ ਸਮਾਜਿਕ ਢਾਂਚੇ ਵੱਲ ਨਹੀਂ ਜਾਂਦਾ ਕਿ ਉਹ ਕੀ ਕਾਰਨ ਹਨ ਜੋ ਆਦਮੀ ਨੂੰ ਇਸ ਤਰ੍ਹਾਂ ਦੀ ਹਾਲਤ ਲਈ ਮਜਬੂਰ ਕਰ ਦਿੰਦੇ ਹਨ। ਫਰਾਇਡ ਤੋਂ ਅੱਗੇ ਗੱਲ ਕਰਦੇ ਹਾਂ ਕਿ ਆਮ ਤੌਰ ਤੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜਦੋਂ ਮਨੁੱਖ ਹੋਸ਼ ਸੰਭਾਲਦਾ ਹੈ ਤਾਂ ਸਮਾਜ ਵਿੱਚ ਆਪਣੇ ਆਲੇ ਦੁਆਲੇ ਦੀਆਂ ਵਸਤੂਆਂ ਜੋ ਵੀ ਉਹਦੇ ਸੰਪਰਕ 'ਚ ਆਉਂਦੀਆਂ ਹਨ, ਉਹ ਉਹਨਾਂ ਨੂੰ ਆਪਣੇ ਨਾਲ ਜੋੜਦਾ ਤੁਰਿਆ ਜਾਂਦਾ ਹੈ, ਚਾਹੇ ਉਹ ਮੂਰਤ ਹੋਣ ਜਾਂ ਅਮੂਰਤ, ਭਾਵ ਸਜੀਵ ਜਾਂ ਨਿਰਜੀਵ। ਜਿਵੇਂ ਦੋਸਤ, ਮਿੱਤਰ, ਰਿਸ਼ਤੇਦਾਰ, ਪੜੋਸੀ, ਆਪਣਾ ਘਰ, ਆਪਣੇ ਦਫ਼ਤਰ ਦਾ ਸਮਾਨ ਵਗੈਰਾ ਵਗੈਰਾ। ਬੱਚਿਆਂ ਦਾ ਮੋਹ ਖਿਡੌਣਿਆਂ ਨਾਲ ਹੁੰਦਾ ਹੈ, ਸਾਰਾ ਦਿਨ ਹੀ ਛਾਤੀ ਨਾਲ ਲਾਈ ਰੱਖਦੇ ਆ। ਇੱਕ ਘਟਨਾ ਸੁਣਾਉਣਾ ਹੈ। ਇੱਕ ਲੜਕੀ ਆਪਣੇ ਸ਼ਹਿਰ ਤੋਂ ਕਿਸੇ ਹੋਰ ਸ਼ਹਿਰ ਕਾਲਜ ਪੜ੍ਹਦੀ ਸੀ। ਛੁੱਟੀ ਮੌਕੇ ਸ਼ਹਿਰ ਤੋਂ ਸਵੇਰ ਵਾਲੀ ਬੱਸ ਤੇ ਜਾਂਦੀ ਸੀ। ਅਕਸਰ ਇੱਕੋ ਹੀ ਸੀਟ ਤੇ ਬੈਠ ਕੇ ਜਾਂਦੀ। ਇੱਕ ਦਿਨ ਸਵੇਰੇ ਉਹਨੇ ਜਾਣਾ ਸੀ। ਉਹਨੇ ਵੇਖਿਆ ਉਹਦੀ ਸੀਟ ਤੇ ਕੋਈ ਹੋਰ ਸਵਾਰੀ ਬੈਠੀ ਸੀ।
ਉਹਨੂੰ ਉਹਦੇ ਪਿਤਾ ਨੇ ਕਿਸੇ ਹੋਰ ਸੀਟ ਤੇ ਬਿਠਾ ਦਿੱਤਾ, ਪਰ ਉਹ ਆਪਣੇ ਆਪ ਨੂੰ ਸੁਖਾਲਾ ਮਹਿਸੂਸ ਨਹੀਂ ਕਰ ਰਹੀ ਸੀ। ਉਹਦੇ ਪਿਤਾ ਨੇ ਪੁੱਛਿਆ, ਕੀ ਗੱਲ ਹੈ ਬੇਟੇ? ਉਹਨੇ ਕਿਹਾ, ਪਿਤਾ ਜੀ ਮੈਂ ਹਰ ਵਾਰੀ ਉਸ ਸੀਟ ਤੇ ਬੈਠ ਕੇ ਜਾਂਦੀ ਹਾਂ। ਇਹ ਇੱਕ ਅਮੂਰਤ ਵਸਤੂ ਨਾਲ ਜੁੜਨਾ ਹੈ। ਬਚਪਨ 'ਚ ਸਕੂਲੇ ਅਕਸਰ ਬੱਚੇ ਆਪਣੀ ਥਾਂ ਆਪਣੀ ਸੀਟ ਦੀ ਗੱਲ ਕਰਦੇ ਹੈ। ਇਸ ਕਿਰਿਆ 'ਚ ਮਨੁੱਖ ਆਪਣੇ ਆਪ ਨੂੰ ਵਸਤੂ ਸਮਝ ਕੇ ਆਪਣੇ ਆਪ ਨੂੰ ਚੇਤਨ ਪ੍ਰਾਣੀ ਵਜੋਂ ਸਮਾਜ ਵਿੱਚ ਪੇਸ਼ ਕਰਦਾ ਹੈ। ਕਿਸੇ ਵੀ ਚੀਜ਼ ਨਾਲ ਜੁੜਨਾ ਜਾਂ ਕਿਸੇ ਦਾ ਹੋਣਾ ਹੀ ਮਨੁੱਖ ਦੀ ਹੋਂਦ ਦੀ ਨਿਸ਼ਾਨੀ ਹੈ। ਕਿਸੇ ਨਾਲ ਜੁੜਿਆ ਹੀ ਮਨੁੱਖ ਕੰਮ ਕਰਦਾ ਹੈ, ਗਤੀਸ਼ੀਲ ਹੁੰਦਾ ਹੈ। ਇਸੇ ਕੰਮ ਕਾਰਨ ਹੀ ਮਨੁੱਖ ਆਪਣੇ ਆਲੇ ਦੁਆਲੇ 'ਚ ਪਛਾਣਿਆ ਜਾਂਦਾ ਹੈ। ਜੁੜਨਾ, ਗਤੀਸ਼ੀਲ ਹੋਣਾ ਤੇ ਪਛਾਣਿਆ ਜਾਣਾ। ਇਸ ਲਈ ਇਹ ਗੱਲ ਸਹੀ ਹੈ ਕਿ ਕਿਸੇ ਵੀ ਆਦਮੀ ਦੀ ਕੋਈ ਇੱਛਾ ਉਹਦੀ ਵਿਅਕਤੀਗਤ ਨਹੀਂ ਹੁੰਦੀ, ਜੋ ਕਿ ਕੁਝ ਕਰਨ ਦੀ ਸਨਕ ਵਿੱਚ ਹੀ ਕੁਝ ਕਰਦੀ ਹੈ ਜਾਂ ਆਪਣੀ ਈਗੋ ਨੂੰ ਸੰਤੁਸ਼ਟ ਕਰਨ ਜਾਂ ਉਹਦੀ ਮੰਗ ਤੇ ਇਸ ਤਰ੍ਹਾਂ ਕਰਦੀ ਹੈ। ਸਗੋਂ ਇਹ ਇੱਛਾ ਦੂਜਿਆਂ ਨੂੰ ਖੁਸ਼ ਕਰਨ 'ਚ ਹੀ ਸੰਤੁਸ਼ਟ ਹੁੰਦੀ ਹੈ। ਅਸਲ 'ਚ ਆਦਮੀ ਦੀ ਸੰਤੁਸ਼ਟੀ ਬਾਹਰੀ ਜਗਤ 'ਚ ਜੁੜੀ ਹੁੰਦੀ ਹੈ ਤੇ ਇਸ ਦੀ ਪ੍ਰਤੀਕਿਰਿਆ ਵਜੋਂ ਉਹ ਆਪਣੇ ਇਰਦ ਗਿਰਦ ਤੋਂ ਆਪਣਾ ਆਪਾ ਤਿਆਰ ਕਰਦਾ ਹੈ। ਦੂਜਿਆਂ ਦੇ ਵਤੀਰੇ ਨੂੰ ਮੁੱਖ ਰੱਖ ਕੇ ਜਦੋਂ ਕੋਈ ਆਦਮੀ ਆਪਣੇ ਆਪ ਬਾਰੇ ਸੋਚਦਾ ਹੈ ਤਾਂ ਸਵੈ ਚੇਤਨ ਹੁੰਦਾ ਹੈ, ਇੱਕ ਸਮਾਜਿਕ ਪ੍ਰਾਣੀ ਵਜੋਂ ਹੋਂਦ 'ਚ ਆਉਂਦਾ ਹੈ। ਇਸ ਤਰ੍ਹਾਂ ਉਹ ਆਪਣੀ ਇੱਕ ਤਸਵੀਰ ਮਿੱਥਦਾ ਹੈ। ਇਹ ਤਸਵੀਰ ਉਹਨੂੰ ਆਪਣੇ ਨਜ਼ਦੀਕੀ ਹਰਮਨ ਪਿਆਰੇ ਦੋਸਤਾਂ ਮਿੱਤਰਾਂ ਤੋਂ ਮਿਲਦੀ ਹੈ। ਇਸ ਲਈ ਉਦਾਸੀ ਰੋਗ ਨੂੰ ਸਮਝਣ ਲਈ ਵਰਤੀ ਜਾਂਦੀ ਇੱਕ ਤੁਕ ਪਿਆਰ ਜਾਂ ਪਿਆਰੀ ਵਸਤੂ ਦਾ ਖੁੰਝਿਆ ਜਾਣਾ ਉਹ ਮੂਲ ਕਾਰਨ ਹੈ ਜੋ ਆਦਮੀ ਨੂੰ ਨਿਰਾਸ਼, ਉਤਸ਼ਾਹਹੀਣ ਕਰ ਦਿੰਦਾ ਹੈ। ਕਿਉਂਕਿ ਜੋ ਤਸਵੀਰ ਉਹਨੇ ਆਪਣੇ ਆਲੇ ਦੁਆਲੇ ਦੇ ਲੋਕਾਂ ਤੇ ਹੋਰ ਵਸਤੂਆਂ ਤੋਂ ਬਣਾਈ ਹੁੰਦੀ ਹੈ, ਉਹਦਾ ਕੋਈ ਹਿੱਸਾ ਨਾ ਰਹਿਣ ਕਾਰਨ ਉਸ ਤਸਵੀਰ 'ਚ ਤਰੇੜ ਆ ਜਾਂਦੀ ਹੈ। ਇਸ ਸਥਿਤੀ 'ਚ ਉਹਦੀ ਪ੍ਰਾਪਤੀਆਂ ਤੇ ਖੁਸ਼ ਰਹਿਣ ਵਾਲਾ ਕੋਈ ਨਹੀਂ ਰਹਿੰਦਾ। ਉਹਦੇ ਹਰ ਕੰਮ ਤੋਂ ਹੌਸਲਾ ਵਧਾਉਣ ਵਾਲਾ ਤੇ ਹੱਲਾਸ਼ੇਰੀ ਦੇਣ ਵਾਲਾ ਖੁੰਝ ਚੁੱਕਿਆ ਹੁੰਦਾ ਹੈ। ਇਸ ਲਈ ਉਹਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਕਿਸੇ ਕੰਮ 'ਚ ਭਰੋਸਾ ਨਹੀਂ ਰਹਿੰਦਾ। ਇੱਕ ਅਨਿਸ਼ਚਿਤਤਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਸ਼ਾਇਦ ਉਹ ਕੰਮ ਨੂੰ ਸਿਰੇ ਚੜਾ ਵੀ ਸਕੇਗਾ ਕਿ ਨਹੀਂ। ਉਹ ਜੋ ਵੀ ਕੰਮ ਕਰਦਾ ਹੈ ਉਹਨੂੰ ਉਹਦੇ ਅਨੁਕੂਲ ਪ੍ਰਤੀਕਿਰਿਆ ਨਹੀਂ ਮਿਲਦੀ। ਫਿਰ ਤੋਂ ਕੰਮ ਕਰਨ ਦੀ ਸ਼ਕਤੀ ਦਾ ਸੋਮਾ ਨਹੀਂ ਮਿਲਦਾ ਤਾਂ ਉਹ ਨਿਰਾਸ਼ ਹੋ ਜਾਂਦਾ ਹੈ। ਉਹਨੂੰ ਆਲੇ ਦੁਆਲੇ ਵਿੱਚ ਕੋਈ ਮੋਹ ਨਹੀਂ ਰਹਿ ਜਾਂਦਾ। ਇੱਕ ਹੋਰ ਮੁੱਖ ਲੱਛਣ ਹੈ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਨਾ ਤੇ ਸਾਰਾ ਦੋਸ਼ ਆਪਣੇ ਉੱਪਰ ਲੈ ਲੈਣਾ, ਗਿਲਟ ਫੀਲਿੰਗ। ਜਿਸ ਤਰ੍ਹਾਂ ਆਪਾਂ ਜਾਣਿਆ ਕਿ ਸਮਾਜੀ ਵਾਤਾਵਰਣ 'ਚ ਮਨੁੱਖ ਲੋਕਾਂ ਨਾਲ ਜੁੜਦਾ ਹੈ ਤਾਂ ਉਹ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਨੂੰ ਆਪਣੀ ਸ਼ਕਤੀ ਵਜੋਂ ਇਸਤੇਮਾਲ ਕਰਦਾ ਹੈ। ਲੋਕਾਂ ਵੱਲੋਂ ਮਿਲੀ ਸ਼ਾਬਾਸ਼ੀ ਜਾਂ ਹੱਲਾਸ਼ੇਰੀ ਉਸ ਲਈ ਇੱਕ ਖਜ਼ਾਨਾ ਹੁੰਦਾ ਹੈ। ਇਹਨੂੰ ਮੰਤਵ ਦੀ ਸ਼ਬਦਾਵਲੀ ਵੀ ਕਿਹਾ ਜਾਂਦਾ ਹੈ। ਭਾਵ ਕਿਸੇ ਵੀ ਟੀਚੇ ਲਈ ਉਸ ਕੋਲ ਇੱਕ ਹੌਸਲਾ ਹੁੰਦਾ ਹੈ। ਹੁਣ ਕਿਸੇ ਨਜ਼ਦੀਕੀ ਤੇ ਪਿਆਰੇ ਵਿਅਕਤੀ ਦਾ ਅੱਡ ਹੋਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਸ ਕੋਲ ਉਸ ਸ਼ਾਬਾਸ਼ੀ ਜਾਂ ਮੰਤਵ ਦੀ ਸ਼ਬਦਾਵਲੀ ਦੀ ਘਾਟ ਹੋ ਗਈ ਹੈ। ਜ਼ਿੰਦਗੀ ਦੀਆਂ ਸਮੱਸਿਆਵਾਂ ਜੋ ਕਿ ਹੁਣ ਉਹਦੇ ਸਾਹਮਣੇ ਦਰਪੇਸ਼ ਹਨ, ਉਹਨਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਇਸ ਸ਼ਾਬਾਸ਼ੀ ਦੀ ਥੋੜ ਮਹਿਸੂਸ ਕਰਦਾ ਹੈ। ਮਤਲਬ ਹੌਸਲੇ ਦੀ ਕਮੀ ਜਾਂ ਸ਼ਾਬਾਸ਼ੀ ਦੀ ਘਾਟ ਜੋ ਕਿ ਉਹਦੀ ਕੰਮ ਕਰਨ ਦੀ ਸ਼ਕਤੀ ਹੈ, ਤਾਂ ਉਹ ਇਹਦਾ ਉਪਰਾਲਾ ਇਸ ਤਰ੍ਹਾਂ ਕਰਦਾ ਹੈ। ਉਹ ਅੰਤਰਮੁਖੀ ਹੋ ਜਾਂਦਾ ਹੈ, ਚੁੱਪਚਾਪ ਰਹਿੰਦਾ ਹੈ, ਆਪਣੀਆਂ ਸਮੱਸਿਆਵਾਂ ਦਾ ਹੱਲ ਆਪਣੀ ਤਕਦੀਰ ਵਿੱਚੋਂ ਲੱਭਣ ਲੱਗਦਾ ਹੈ। ਭਾਵ ਇੱਕ ਤਰ੍ਹਾਂ ਦਾ ਬਚਾਅ ਹੈ। ਉਹ ਆਪਣੇ ਆਪ ਨੂੰ ਕੋਸ ਕੇ ਇਹਦਾ ਹੱਲ ਲੱਭਦਾ ਹੈ ਕਿ ਕਸੂਰ ਮੇਰਾ ਹੈ, ਗਲਤੀ ਮੇਰੇ 'ਚ ਹੈ, ਮੇਰੇ ਕਾਰਨ ਹੀ ਇਹ ਸਭ ਕੁਝ ਹੋਇਆ, ਮੈਂ ਸਮਾਜ ਤੇ ਬੋਝ ਹਾਂ, ਮੈਨੂੰ ਮਰ ਜਾਣਾ ਚਾਹੀਦਾ। ਜੇ ਅਸੀਂ ਉੱਪਰ ਦੀ ਸਾਰੀ ਗੱਲ ਦਾ ਸਿਰਾ ਲੱਭੀਏ ਤਾਂ ਉਹ ਹੈ ਟੁੱਟਣਾ, ਜਿਹਨੂੰ ਅਸੀਂ ਐਲੀਨੇਸ਼ਨ ਵੀ ਕਹਿ ਸਕਦੇ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨੁੱਖ ਐਲੀਨੇਟ ਕਦੋਂ ਹੁੰਦਾ ਹੈ ਤੇ ਕਿਉਂ ਹੁੰਦਾ ਹੈ। ਆਪਾਂ ਬਾਰ-ਬਾਰ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਮਨੁੱਖ ਦਾ ਹਰ ਕੰਮ ਜੁੜਨ ਨਾਲ ਸੰਬੰਧਿਤ ਹੈ। ਜੁੜ ਕੇ ਉਹ ਕੰਮ ਕਰਦਾ ਹੈ, ਕੰਮ ਨਾਲ ਉਹਦੀ ਸਮਾਜ ਵਿੱਚ ਪਛਾਣ ਹੁੰਦੀ ਹੈ, ਉਸੇ ਨਾਲ ਹੀ ਉਹਦੇ ਕੰਮ ਨੂੰ ਮਾਨਤਾ ਮਿਲਦੀ ਹੈ। ਕੰਮ ਕਰਨ ਦੇ ਪਿੱਛੇ ਇੱਕ ਮੰਤਵ ਹੁੰਦਾ ਹੈ, ਉਸ ਮੰਤਵ ਤੱਕ ਪਹੁੰਚਣ ਲਈ ਇੱਕ ਰਾਹ ਹੁੰਦਾ ਹੈ, ਕੁਝ ਨੇਮ ਹੁੰਦੇ ਹੈ। ਮੰਤਵ ਤੱਕ ਪਹੁੰਚਣ ਲਈ ਕੁਝ ਸਾਧਨਾਂ ਸਹੂਲਤਾਂ ਦੀ ਲੋੜ ਪੈਂਦੀ ਹੈ। ਇਸ ਦੇ ਲਈ ਕੋਈ ਵਿਅਕਤੀ ਆਪਣੀ ਭੂਮਿਕਾ ਅਦਾ ਕਰਦਾ ਹੈ। ਉਦਾਹਰਨ ਦੇ ਤੌਰ ਤੇ ਮੈਂ ਐਲੋਪੈਥੀ ਦੀ ਦਵਾਈ ਲੈਂਦਾ ਕਿਉਂ ਜੋ ਇਸ ਨਾਲ ਮੇਰੀ ਸਿਹਤ ਠੀਕ ਰਹਿੰਦੀ ਹੈ। ਇੱਥੇ ਕੰਮ ਵਿੱਚ ਇੱਕ ਟੀਚਾ ਹੈ, ਮੰਤਵ ਹੈ ਸਿਹਤ ਨੂੰ ਹਾਸਿਲ ਕਰਨ ਲਈ ਇੱਕ ਰਾਹ ਹੈ ਐਲੋਪੈਥੀ। ਸਿਹਤ ਪ੍ਰਾਪਤੀ ਲਈ ਭੂਮਿਕਾ ਨਿਭਾ ਰਿਹਾ ਹੈ ਹਸਪਤਾਲ, ਡਾਕਟਰ ਤੇ ਸਹੂਲਤਾਂ ਨੇ ਦਵਾਈਆਂ। ਡਾਕਟਰ ਆਪਣੀ ਭੂਮਿਕਾ ਤੋਂ ਟੁੱਟ ਜਾਂਦਾ ਹੈ ਜੇ ਉਹ ਮਰੀਜ਼ ਦੀ ਸਿਹਤ ਠੀਕ ਨਹੀਂ ਕਰ ਸਕਦਾ।
ਆਦਮੀ ਵਿੱਚ ਉਹਦਾ ਰੋਲ ਹੈ ਕਿੱਤਾ। ਜਦੋਂ ਉਹ ਆਪਣੇ ਕਿੱਤੇ ਤੋਂ ਪਛਾਣਿਆ ਨਹੀਂ ਜਾਂਦਾ ਤਾਂ ਐਲੀਨੇਟ ਹੋ ਜਾਂਦਾ ਹੈ। ਡਾਕਟਰ ਕੋਲ ਹੁਨਰ ਹੈ, ਪਰ ਉਹਦਾ ਹੁਨਰ ਉਦੋਂ ਤੱਕ ਕਿਸੇ ਕੰਮ ਦਾ ਨਹੀਂ ਜਦ ਤੱਕ ਮਰੀਜ਼ ਨੂੰ ਦਵਾਈਆਂ ਨਹੀਂ ਮਿਲਦੀਆਂ। ਮਰੀਜ਼ ਠੀਕ ਨਹੀਂ ਹੁੰਦਾ ਤਾਂ ਉਹਦਾ ਵਿਸ਼ਵਾਸ ਟੁੱਟ ਜਾਂਦਾ। ਕੋਈ ਵੀ ਵਰਕਰ ਕਿਸੇ ਫੈਕਟਰੀ 'ਚ ਕੰਮ ਕਰਦਾ ਹੋਇਆ ਕੁਝ ਬਣਾਉਂਦਾ ਹੈ, ਫਿਰ ਉਹਨੂੰ ਵਰਤ ਨਹੀਂ ਸਕਦਾ ਤਾਂ ਉਹ ਉਸ ਕੰਮ ਤੋਂ, ਉਸ ਵਸਤੂ ਤੋਂ ਤੇ ਫਿਰ ਆਪਣੇ ਆਪ ਤੋਂ ਟੁੱਟ ਜਾਂਦਾ ਹੈ। ਮਾਰਕਸ ਦੇ ਅਜਨਬੀਪਣ ਦੇ ਆਰਥਿਕ ਨਿਯਮਾਂ ਅਨੁਸਾਰ ਕੋਈ ਵਰਕਰ ਜਿੰਨੀ ਜ਼ਿਆਦਾ ਪੈਦਾਵਾਰ ਕਰੇਗਾ ਉਨੀ ਘੱਟ ਵਰਤੋਂ ਕਰੇਗਾ, ਜਿੰਨੇ ਜ਼ਿਆਦਾ ਮੰਤਵ ਬਣਾਏਗਾ ਉਨਾ ਹੀ ਮੰਤਵਹੀਣ ਹੋਏਗਾ। ਵਸਤੂਆਂ ਦੀ ਹਾਲਤ ਜਿੰਨੀ ਸੁਧਰੇਗੀ ਵਰਕਰ ਦੀ ਹਾਲਤ ਉਨੀ ਡਿੱਗੇਗੀ। ਕੰਮ ਜਿੰਨਾ ਸ਼ਕਤੀਸ਼ਾਲੀ ਹੋਏਗਾ ਕੰਮ ਉਨਾ ਹੀ ਸ਼ਕਤੀਹੀਣ ਹੋਏਗਾ। ਇਹੀ ਸਭ ਕੁਝ ਹੈ ਐਲੀਨੇਸ਼ਨ। ਸੀਮੈਨ ਨੇ ਵੀ ਐਲੀਨੇਸ਼ਨ ਦੇ 5 ਤੱਤ ਦੱਸੇ ਹੈ। ਸ਼ਕਤੀਹੀਨਤਾ, ਦੂਸਰਾ ਅਰਥਹੀਨਤਾ, ਤੀਸਰਾ ਇਕੱਲਾਪਨ, ਚੌਥਾ ਅਜਨਬੀਪਨ ਤੇ ਪੰਜਵਾਂ ਅਨਿਯਮਿਤਤਾ। ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਹੋਰ ਜੋੜੇ ਜਾ ਸਕਦੇ ਹਨ ਜੋ ਕਿ ਐਲੀਨੇਟ ਹੋਏ ਮਨੁੱਖ ਦੀ ਮਾਨਸਿਕ ਦਸ਼ਾ ਦਰਸਾਉਂਦੇ ਹਨ, ਜਿਵੇਂ ਟੁੱਟਣਾ, ਆਪਣੀ ਹੋਂਦ ਤੇ ਹੀ ਸ਼ੱਕ ਕਰਨਾ, ਇਹ ਸਮਝਣਾ ਕਿ ਉਹਨੂੰ ਕੋਈ ਪਿਆਰ ਨਹੀਂ ਕਰਦਾ, ਪਰਦੇਸੀ ਸਮਝਣਾ ਆਦਿ। ਹੁਣ ਤੱਕ ਦੀ ਸਾਰੀ ਗੱਲ ਨੂੰ ਸਮੇਟਿਆ ਜਾਏ ਤਾਂ ਫਰਮ ਅਨੁਸਾਰ ਮਨੁੱਖ ਜੁੜਨਾ ਚਾਹੁੰਦਾ ਹੈ, ਇਸੇ ਵਿੱਚ ਹੀ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਤੇ ਇਸ ਨਾਲ ਹੀ ਉਹਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਇਹ ਵਰਤਾਰਾ ਪਿਆਰ, ਮੁਹੱਬਤ, ਸਮਾਜ 'ਚ ਪਛਾਣੇ ਜਾਣ ਨਾਲ ਤੇ ਮਾਨਤਾ ਪ੍ਰਾਪਤ ਹੋਣ ਨਾਲ ਹੁੰਦਾ ਹੈ। ਵੈਸੇ ਹਰ ਇੱਕ ਮਨੁੱਖ ਦੀ ਆਪਣੀ ਜ਼ਿੰਦਗੀ 'ਚ ਪੈਦਾ ਹੋਣ ਤੋਂ ਆਖਿਰ ਤੱਕ ਉਮਰ ਮੁਤਾਬਿਕ ਇੱਕ ਵਿਸ਼ੇਸ਼ ਚਾਹ ਹੁੰਦੀ ਹੈ। ਪਿਆਰ ਦੀ ਜ਼ਰੂਰਤ ਬਚਪਨ ਵਿੱਚ, ਜੁੜਨ ਦੀ ਜ਼ਰੂਰਤ ਸਕੂਲ ਜਾਣ ਵੇਲੇ, ਸੁਤੰਤਰ ਰਹਿਣ ਦੀ ਚਾਹ ਕਿਸ਼ੋਰ ਅਵਸਥਾ ਵਿੱਚ, ਕੁਝ ਕਰਨ ਦੀ ਇੱਛਾ ਜਵਾਨੀ ਵਿੱਚ, ਪਛਾਣੇ ਜਾਣ ਦੀ ਚਾਹ ਅਧੇੜ ਉਮਰ ਵਿੱਚ, ਆਪਣੀ ਨਜ਼ਰ ਵਿੱਚ ਉੱਪਰ ਉੱਠਣਾ ਤੇ ਨਿਸ਼ਚਿੰਤ ਹੋਣ ਦੀ ਚਾਹ ਬੁਢਾਪੇ ਵਿੱਚ। ਜਦੋਂ ਸਮਾਜ ਵਿੱਚ ਵਿਚਰਦੇ ਇਹਨਾਂ ਮੂਲਭੂਤ ਹਾਲਤਾਂ ਨੂੰ ਠੇਸ ਪਹੁੰਚਦੀ ਹੈ ਤਾਂ ਫਰਮ ਮੁਤਾਬਿਕ ਪਹਿਲਾ ਮਨੁੱਖ ਗੁੱਸੇ ਨਾਲ ਭੜਕ ਉੱਠਦਾ ਹੈ, ਜਾਂ ਦੂਸਰਾ ਹਾਲਾਤ ਨਾਲ ਸਮਝੌਤਾ ਕਰ ਲੈਂਦਾ ਹੈ ਤੇ ਜਾਂ ਇਸ ਦੁਨੀਆ ਨੂੰ ਛੱਡ ਕੇ ਆਪਣੀ ਵੱਖਰੀ ਦੁਨੀਆ ਬਣਾ ਲੈਂਦਾ ਹੈ। ਤੇ ਆਪਾਂ ਉਦਾਸੀ ਰੋਗ ਦੇ ਜਿਨ੍ਹਾਂ ਲੱਛਣਾਂ ਦੀ ਗੱਲ ਕੀਤੀ ਹੈ ਉਹ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਹੋ ਰਹੇ ਐਲੀਨੇਸ਼ਨ ਦੀ ਹੀ ਪੈਦਾਵਾਰ ਹਨ। ਇਸ ਨਾਲ ਹੀ ਜੁੜਦੀ ਇੱਕ ਗੱਲ ਹੋਰ, ਨਸ਼ਿਆਂ ਦੀ ਵਰਤੋਂ ਆਪਣੇ ਆਪ ਵਿੱਚ ਇੱਕ ਵੱਖਰਾ ਵਿਸ਼ਾ ਹੈ ਜੋ ਕਿ ਵਿਸਥਾਰ ਵਿੱਚ ਚਰਚਾ ਦੀ ਮੰਗ ਕਰਦਾ ਹੈ। ਨਸ਼ੇ ਵੀ ਦਰਅਸਲ ਸਾਡੇ ਬਿਮਾਰ ਸਮਾਜ ਦਾ, ਸਾਡੇ ਆਲੇ ਦੁਆਲੇ ਦਾ ਇੱਕ ਲੱਛਣ ਹੀ ਹਨ। ਮਨੋਵਿਗਿਆਨਿਕ ਕਥਨ ਅਨੁਸਾਰ ਨਸ਼ਿਆਂ ਨੂੰ ਹਾਲਾਤ ਨਾਲ ਸਮਝੌਤਾ ਕਰਨ ਦਾ ਇੱਕ ਰੂਪ ਹੀ ਦੱਸਿਆ ਜਾਂਦਾ ਹੈ। ਜੇ ਕਿਸੇ ਨਸ਼ਈ ਨੂੰ ਚੰਗੀ ਤਰ੍ਹਾਂ ਘੋਖ ਕੇ ਵਿਸ਼ਲੇਸ਼ਿਤ ਕੀਤਾ ਜਾਏ ਤਾਂ ਬਹੁਤੇ ਨਸ਼ਈ ਉਦਾਸੀ ਰੋਗ ਦੇ ਹੀ ਸ਼ਿਕਾਰ ਮਿਲਣਗੇ। ਭਾਵ ਉਹਨਾਂ ਹਾਲਤਾਂ ਦੇ ਜਿਸ 'ਚ ਉਦਾਸੀ ਰੋਗ ਹੋ ਜਾਂਦਾ ਹੈ ਤੇ ਉਹ ਇਸੇ ਮਾਨਸਿਕ ਅਵਸਥਾ ਦਾ ਵੱਖਰਾ ਹੱਲ ਨਸ਼ਿਆਂ 'ਚ ਲੱਭ ਲੈਂਦੇ ਹਨ, ਜਦ ਕਿ ਨਸ਼ੇ ਕੋਈ ਹੱਲ ਨਹੀਂ ਹਨ, ਇਹ ਖੁਦ ਇੱਕ ਸਮੱਸਿਆ ਹਨ। ਆਪਣੀ ਪੇਂਡੂ ਨੌਕਰੀ ਦੇ ਦੌਰਾਨ ਇੱਕ ਮਰੀਜ਼ ਮੇਰੇ ਕੋਲ ਡਿਸਪੈਂਸਰੀ ਵਿੱਚ ਆਇਆ। ਉਹਨੇ ਗੋਲੀਆਂ ਖਾਧੀਆਂ ਹੋਈਆਂ ਸਨ। ਆਇਆ ਉਹ ਪੱਟੀ ਕਰਵਾਉਣ ਸੀ। ਪੱਟੀ ਕਰਦਿਆਂ ਮੈਂ ਉਹਨੂੰ ਪੁੱਛਿਆ ਕੀ ਖਾਧਾ ਹੋਇਆ? ਉਹ ਬੋਲਿਆ ਕੁਛ ਨਹੀਂ। ਮੈਂ ਉਲਟਾ ਕੇ ਪੁੱਛਿਆ ਕਿੰਨੀਆਂ ਗੋਲੀਆਂ ਖਾਧੀਆਂ ਨੇ? ਜਵਾਬ ਸੀ ਕਿ ਹਾੜੀਆਂ ਗੋਲੀਆਂ, 2 ਮੁਕੱਦਮੇ ਚੱਲ ਰਹੇ ਨੇ, ਪੇਸ਼ੀ ਤੇ ਜਾ ਰਹੇ ਹਾਂ। ਜਵਾਬ 'ਚ ਪੂਰਾ ਕਿੱਸਾ ਸੀ। ਉਦਾਸੀ ਰੋਗ ਦੌਰਾਨ ਪੈਦਾ ਹੋਏ ਸਰੀਰਕ ਲੱਛਣਾਂ ਦੇ ਕਾਰਨ। ਇਸ ਸਾਰੀ ਗੱਲ ਤੋਂ ਉਦਾਸੀ ਰੋਗ ਦੇ ਮਾਨਸਿਕ ਲੱਛਣਾਂ ਦੀ ਉਤਪਤੀ ਦੀ ਸਮਝ ਸਾਫ਼ ਹੁੰਦੀ ਹੈ। ਤੇ ਹੁਣ ਥੋੜੀ ਜਿਹੀ ਗੱਲ ਸਰੀਰਕ ਲੱਛਣਾਂ ਬਾਰੇ। ਕੋਈ ਵੀ ਮਾਨਸਿਕ ਰੋਗ ਇੱਕੋ ਦਿਨ 'ਚ ਹੀ ਸਾਹਮਣੇ ਨਹੀਂ ਆਉਂਦਾ। ਮਨੁੱਖ ਰੋਜ਼ਮर्रा ਦੀ ਜ਼ਿੰਦਗੀ 'ਚ ਹਾਦਸਿਆਂ ਨੂੰ ਆਪਣੇ ਨਾਲ 2-4 ਕਰਦਾ ਹੈ। ਇੱਕ ਦਿਨ ਟੁੱਟ ਜਾਂਦਾ ਹੈ ਤੇ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਮਨੁੱਖ ਤਣਾਅ 'ਚ ਆਉਂਦਾ ਹੈ, ਜੋ ਕਿ ਕਿਸੇ ਵੀ ਮਾਨਸਿਕ ਰੋਗ ਦੀ ਮੁੱਢਲੀ ਹਾਲਤ ਹੈ। ਤਣਾਅ ਤਾਂ ਰੋਜ਼ਮर्रा ਦੀ ਜ਼ਿੰਦਗੀ ਨੂੰ ਗਤੀਸ਼ੀਲ ਰੱਖਣ ਲਈ ਜ਼ਰੂਰੀ ਵੀ ਹੈ, ਪਰ ਤਣਾਅ ਨੂੰ ਰੋਗ ਨਹੀਂ ਬਣਨ ਦੇਣਾ ਚਾਹੀਦਾ। ਮੁੱਦਾ ਇਹ ਹੈ ਕਿ ਪ੍ਰੀਖਿਆ ਦਾ ਦਿਨ ਹੋਵੇ, ਕਿਸੇ ਨੌਕਰੀ ਲਈ ਇੰਟਰਵਿਊ ਹੋਵੇ, ਕਿਸੇ ਨਵੇਂ ਅਜਨਬੀ ਬੰਦੇ ਨਾਲ ਮਿਲਣਾ ਹੋਵੇ ਤਾਂ ਇਹ ਸਥਿਤੀ ਕੁਝ ਵਾਧੂ ਤਣਾਅ ਦੀ ਹੁੰਦੀ ਹੈ ਤੇ ਆਦਮੀ ਸਹਿਜ ਨਹੀਂ ਹੁੰਦਾ। ਉਸ ਵੇਲੇ ਕੁਝ ਕੁ ਸਰੀਰਕ ਕਿਰਿਆਵਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਹਨ। ਮੁੱਠੀਆਂ ਦਾ ਮੀਚਿਆ ਜਾਣਾ, ਦੂਸਰਾ ਮੂੰਹ ਸੁੱਕਣਾ, ਤੀਸਰਾ ਵਾਰੀ-ਵਾਰੀ ਪਿਸ਼ਾਬ ਆਉਣਾ। ਜੇ ਤਣਾਅ ਕੁਝ ਜ਼ਿਆਦਾ ਹੀ ਗੰਭੀਰ ਹੋਵੇ, ਜਿਵੇਂ ਘਰ 'ਚ ਲੜਾਈ, ਦਫ਼ਤਰ ਦਾ ਮਾੜਾ ਮਾਹੌਲ, ਨੌਕਰੀ ਦਾ ਛੁੱਟ ਜਾਣਾ, ਦੋਸਤ ਨਾਲ ਅਣਬਣ, ਤਾਂ ਉੱਪਰਲੇ ਲੱਛਣਾਂ ਤੋਂ ਇਲਾਵਾ
ਪਹਿਲਾ ਸਰੀਰ ਵਿੱਚ ਦਰਦਾਂ ਜਾਂ ਪੀੜਾਂ, ਦੂਸਰਾ ਬੁਰੇ ਖਿਆਲ ਆਉਣੇ, ਤੀਸਰਾ ਸਾਹ ਡੂੰਘਾ ਹੋਣਾ, ਚੌਥਾ ਭੁੱਖ ਨਾ ਲੱਗਣੀ, ਪੰਜਵਾਂ ਹਾਜ਼ਮਾ ਠੀਕ ਨਾ ਹੋਣਾ, ਛੇਵਾਂ ਸਿਰ ਦਰਦ ਜਾਂ ਸਿਰ ਭਾਰੀ ਰਹਿਣਾ ਆਦਿ। ਇਹ ਸਿਰ ਦਰਦ ਤੇ ਹੋਰ ਦਰਦਾਂ ਪੀੜਾਂ ਤਣਾਅ ਕਰਕੇ ਹੁੰਦੀਆਂ ਹਨ। ਇਸ ਦੀ ਪੜਚੋਲ ਲਈ ਜੇਕਰ ਤਣਾਅ ਵਾਲੇ ਆਦਮੀ ਨੂੰ 10% ਸੋਡੀਅਮ ਅਮਾਈਲੇਟ ਦਾ ਟੀਕਾ ਨਾੜ 'ਚ ਲਾਇਆ ਜਾਏ ਤਾਂ ਉਹਦਾ ਸਿਰ ਦਰਦ ਉਸੇ ਵਕਤ ਠੀਕ ਹੋ ਜਾਂਦਾ ਹੈ, ਜਦੋਂ ਕਿ ਸੋਡੀਅਮ ਅਮਾਈਲੇਟ ਕਿਸੇ ਸਿਰ ਦਰਦ ਦੀ ਦਵਾਈ ਨਹੀਂ ਹੈ। ਇਹ ਸਰੀਰ ਨੂੰ ਸਿਰਫ ਤਣਾਅ ਮੁਕਤ ਕਰਦੀ ਹੈ। ਤਣਾਅ ਮੁਕਤ ਦਾ ਮਤਲਬ ਹੈ ਸਰੀਰ ਦੀਆਂ ਮਾਸਪੇਸ਼ੀਆਂ ਤੇ ਨਾੜਾਂ ਜੋ ਖਿੱਚੀਆਂ ਗਈਆਂ ਸੀ ਤੇ ਜਿਨ੍ਹਾਂ ਕਾਰਨ ਇਹ ਲੱਛਣ ਪੈਦਾ ਹੋਏ ਹਨ, ਉਹ ਮਾਸਪੇਸ਼ੀਆਂ ਆਰਾਮ ਦੀ ਹਾਲਤ 'ਚ ਆ ਜਾਂਦੀਆਂ। ਸੋਡੀਅਮ ਅਮਾਈਲੇਟ ਇੱਕ ਬਾਹਰੋਂ ਭੇਜਿਆ ਗਿਆ ਕੈਮੀਕਲ ਹੈ ਜੋ ਕਿ ਆਪਣੇ ਢੰਗ ਨਾਲ ਤਣਾਅ ਠੀਕ ਕਰਦਾ ਹੈ। ਇਹ ਤੋਂ ਇਹ ਸਾਫ਼ ਜ਼ਾਹਿਰ ਹੈ ਕਿ ਕੋਈ ਇਸ ਤਰ੍ਹਾਂ ਦਾ ਕੈਮੀਕਲ ਪਹਿਲਾਂ ਹੀ ਪੈਦਾ ਹੋਇਆ ਹੋਏਗਾ ਜਿਹਨੇ ਸਰੀਰ 'ਚ ਤਣਾਅ ਲਿਆਂਦਾ ਹੋਏਗਾ। ਸੋਡੀਅਮ ਅਮਾਈਲੇਟ ਨੇ ਉਸ ਕੈਮੀਕਲ ਨਾਲ ਲੜ ਕੇ ਉਹਦਾ ਅਸਰ ਖਤਮ ਕੀਤਾ, ਜਿਸ ਤੋਂ ਦੋ ਗੱਲਾਂ ਸਾਡੇ ਸਾਹਮਣੇ ਆਉਂਦੀਆਂ। ਪਹਿਲਾ, ਜਦੋਂ ਵੀ ਮਨੁੱਖ ਤਣਾਅ 'ਚ ਹੁੰਦਾ ਹੈ, ਕੋਈ ਕੈਮੀਕਲ ਪੈਦਾ ਹੁੰਦਾ ਹੈ ਜੋ ਕਿ ਪੂਰੇ ਸਰੀਰ ਤੇ ਆਪਣਾ ਅਸਰ ਪਾਉਂਦਾ ਹੈ। ਦੂਸਰਾ, ਬਾਹਰੋਂ ਵਰਤੀ ਗਈ ਕੋਈ ਵੀ ਦਵਾਈ ਆਰਜੀ ਕੰਮ ਤਾਂ ਕਰ ਸਕਦੀ ਹੈ, ਪਰ ਇਹ ਸਰੀਰਕ ਲੱਛਣਾਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਦਿਵਾ ਸਕਦੀ। ਇਹਦਾ ਸਿੱਟਾ ਇਹ ਨਿਕਲਿਆ ਕਿ ਇਲਾਜ ਕੋਈ ਹੋਰ ਹੈ। ਆਦਮੀ ਆਪਣੀ ਰੋਜ਼ਮर्रा ਦੀ ਜ਼ਿੰਦਗੀ ਜਿਉਂਦਾ ਹੋਇਆ ਤਣਾਅ ਵਿੱਚ ਲੰਘੇਗਾ, ਉਹਦੇ ਸਰੀਰ 'ਚ ਪ੍ਰਤੀਕਿਰਿਆ ਵਜੋਂ ਕੋਈ ਨਾ ਕੋਈ ਕੈਮੀਕਲ ਪੈਦਾ ਹੋਏਗਾ। ਫਿਰ ਜਦੋਂ ਕੋਈ ਆਦਮੀ ਆਪਣੀ ਸਰੀਰਕ ਬਣਤਰ ਵਜੋਂ ਤੇ ਪ੍ਰਤੀਕਿਰਿਆ ਦੇ ਅਸਰ ਹੇਠ ਮਾਨਸਿਕ ਰੋਗੀ ਬਣ ਕੇ ਆਉਂਦਾ ਤਾਂ ਉਹਦਾ ਖੂਨ, ਪਿਸ਼ਾਬ ਆਦਿ ਟੈਸਟ ਕਰਕੇ ਲੱਭੇ ਗਏ ਅਸਾਧਾਰਨ ਕੈਮੀਕਲਸ ਦੇ ਆਧਾਰ ਤੇ ਕਾਰਨਾਂ ਦੀ ਸੂਚੀ ਤਿਆਰ ਹੋ ਜਾਂਦੀ ਹੈ। ਮਾਨਸਿਕ ਰੋਗਾਂ ਦੇ ਕਾਰਨਾਂ ਦੀ ਵੰਡ ਇਸ ਤਰ੍ਹਾਂ ਕੀਤੀ ਜਾਂਦੀ ਹੈ। ਪਹਿਲਾ, ਆਦਮੀ ਦੇ ਅੰਦਰੋਂ ਸਰੀਰ ਵਿੱਚੋਂ ਤੇ ਦੂਸਰਾ ਆਦਮੀ ਦੇ ਬਾਹਰੋਂ ਵਾਤਾਵਰਣ ਵਿੱਚੋਂ। ਆਦਮੀ ਦੇ ਅੰਦਰੋਂ ਪਹਿਲਾ ਜੀਨਸ ਰਾਹੀਂ ਤੇ ਦੂਸਰਾ ਬਾਇਓਕੈਮੀਕਲ। ਆਦਮੀ ਦੇ ਬਾਹਰੋਂ ਪਹਿਲਾ ਪਰਿਵਾਰਕ ਤੇ ਦੂਸਰਾ ਪਰਿਵਾਰ ਤੋਂ ਬਾਹਰ ਦੋਸਤ, ਵਪਾਰਕ ਅਦਾਰਾ। ਅਸਲ ਵਿੱਚ ਪਰਿਵਾਰਕ ਤੇ ਪਰਿਵਾਰ ਤੋਂ ਬਾਹਰ ਸਮਾਜਿਕ ਮਾਹੌਲ ਹੀ ਮੁੱਖ ਕਾਰਨ ਹਨ। ਉਦਾਹਰਨ ਦੇ ਤੌਰ ਤੇ ਔਰਤਾਂ ਵਿੱਚ ਉਦਾਸੀ ਰੋਗ ਆਦਮੀਆਂ ਨਾਲੋਂ 2 ਗੁਣਾ ਵੱਧ ਹੁੰਦਾ ਹੈ। ਇਹਦੇ ਕਾਰਨ ਸਾਡੇ ਦੇਸ਼ 'ਚ ਘੱਟੋ ਘੱਟ ਵੱਖਰੇ ਹਨ। ਜਿੱਥੇ ਔਰਤ ਨੂੰ ਜਨਮ ਤੋਂ ਮਰਨ ਤੱਕ ਦੋਹਰੀ ਤੇਹਰੀ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਔਰਤ ਨੂੰ ਕਰਮਜਲੀ, ਮਨਹੂਸ, ਕਲਮੋਈ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਨਾ ਤੇ ਔਰਤ ਨੂੰ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਜਾਂ ਰਸੋਈ ਵਿੱਚ ਕੰਮ ਕਰਨ ਵਾਲੀ ਤੋਂ ਵੱਧ ਕੋਈ ਹੋਰ ਦਰਜਾ ਨਾ ਦੇਣਾ ਆਦਿ। ਇਹ ਤੋਂ ਇਲਾਵਾ ਆਮ ਸਮਾਜਿਕ ਵਰਤਾਰੇ ਵਿੱਚ ਧਰਮ ਦੀ ਭੂਮਿਕਾ, ਆਰਥਿਕ ਨਾ ਬਰਾਬਰੀ, ਸਮਾਜਿਕ ਤੇ ਜਾਤ-ਪਾਤ ਦਾ ਚੱਕਰ ਆਦਿ ਹਜ਼ਾਰਾਂ ਕਾਰਨਾਂ ਨੂੰ ਇੱਕ-ਇੱਕ ਕਰਕੇ ਸਮਝਣ ਦੀ ਲੋੜ ਹੈ। ਇਹ ਸਭ ਕਾਰਨ ਸਿੱਧੇ ਅਸਿੱਧੇ ਤਰੀਕੇ ਨਾਲ ਮਨੁੱਖੀ ਸਮਾਜਿਕ ਵਿਕਾਸ ਨਾਲ ਜੁੜੇ ਹਨ ਤੇ ਇਹਨਾਂ ਨੂੰ ਉਸੇ ਸੰਦਰਭ ਵਿੱਚ ਹੀ ਲਿਆ ਜਾਵੇ ਤੇ ਸਮਝਿਆ ਜਾਵੇ। ਇਸ ਸੰਦਰਭ 'ਚ ਸਮਝਣ ਤੋਂ ਪਿੱਛੋਂ ਹੀ ਅਸੀਂ ਇਹਦਾ ਕੋਈ ਉਪਰਾਲਾ ਸੋਚ ਸਕਦੇ ਹਾਂ। ਕਾਰਨ ਇੱਕ ਹੈ ਐਲੀਨੇਸ਼ਨ। ਚਾਹੇ ਕਿਸੇ ਵੀ ਤਰ੍ਹਾਂ ਦਾ ਮਾਨਸਿਕ ਰੋਗ ਹੋਵੇ, ਫਿਰ ਉਪਰਾਲਾ ਵੀ ਉਹਨੂੰ ਮੁੱਖ ਰੱਖ ਕੇ ਕੀਤਾ ਜਾ ਸਕਦਾ। ਪਰ ਇਹ ਲੇਖ ਮੈਂ ਅਕਬਰ ਬੀਰਬਲ ਦੀ ਗੱਲ ਤੇ ਖਤਮ ਕਰਦਾ। ਅਕਬਰ ਨੇ ਕਿਸੇ ਨੂੰ ਸਜ਼ਾ ਦੇ ਤੌਰ ਤੇ ਕਿਹਾ ਕਿ ਬੱਕਰੀ ਲੈ ਜਾ, 1 ਮਹੀਨੇ ਬਾਅਦ ਲੈ ਆਈ। ਇਸ ਬੱਕਰੀ ਦਾ ਭਾਰ ਤੋਲ ਕੇ ਲੈ ਜਾ ਤੇ ਇੰਨਾ ਹੀ ਹੋਣਾ ਚਾਹੀਦਾ, ਨਾ ਘੱਟ ਨਾ ਵੱਧ। ਆਦਮੀ ਦੁਚਿੱਤੀ 'ਚ ਪੈ ਗਿਆ। ਇਹ ਕਿਵੇਂ ਹੋ ਸਕਦਾ ਹੈ? ਜੇ ਕੁਝ ਖਵਾਇਆ ਤਾਂ ਭਾਰ ਵਧੇਗਾ ਤੇ ਜੇਕਰ ਕੁਝ ਨਾ ਖਵਾਇਆ ਤਾਂ ਭਾਰ ਘਟੇਗਾ। ਫਿਰ ਉਹਨੂੰ ਬੀਰਬਲ ਦੀ ਯਾਦ ਆਈ। ਉਹਨੇ ਬੀਰਬਲ ਨੂੰ ਆਪਣੀ ਦੁਚਿੱਤੀ ਬਿਆਨ ਕੀਤੀ। ਫਿਰ ਕੀ? ਬੀਰਬਲ ਨੇ ਕਿਹਾ, ਇਸ 'ਚ ਕੀ ਮੁਸ਼ਕਿਲ ਹੈ? ਤੂੰ ਜਾ ਆਰਾਮ ਕਰ, ਸਵੇਰ ਤੋਂ ਸ਼ਾਮ ਤੱਕ ਜੋ ਤੇਰਾ ਦਿਲ ਕਰੇ ਇਹਨੂੰ ਖਵਾਇਆ ਕਰ। ਪਰ ਇੱਕ ਕੰਮ ਜੋ ਤੂੰ ਕਰਨਾ ਹੈ ਉਹ ਇਹ ਕਿ ਸਵੇਰ ਤੋਂ ਸ਼ਾਮ ਤੱਕ ਖਵਾਉਣ ਤੋਂ ਬਾਅਦ ਇਹਨੂੰ ਇੱਕ ਵਾਰੀ ਸ਼ੇਰ ਦੇ ਸਾਹਮਣੇ ਕਰ ਆਇਆ ਕਰ। ਸਾਰਾ ਖਾਧਾ ਪੀਤਾ ਬਰਾਬਰ। ਇਹ ਤਾਂ ਕਿੱਸਾ ਹੈ, ਸੱਚ ਜਾਂ ਝੂਠ ਮਤਲਬ ਕਿ ਵਾਪਰਿਆ ਜਾਂ ਨਹੀਂ, ਪਰ ਇਹ ਤੋਂ ਸਪਸ਼ਟ ਹੈ ਕਿ ਕਿਸ ਤਰ੍ਹਾਂ ਸਾਰੇ ਦਿਨ ਦਾ ਖਾਧਾ ਪੀਤਾ ਬਰਾਬਰ ਹੋ ਜਾਂਦਾ ਹੈ। ਧੰਨਵਾਦ।